Hello students, welcome to the Al Academy. ਇਸ ਵੀਡੀਓ ਵਿੱਚ ਅਸੀਂ ਪੰਜਾਬੀ ਭਾਸ਼ਾ ਦਾ ਮੁੱਢਲਾ ਪੱਧਰ ਵਿਸ਼ੇ ਦੇ ਲੇਟੈਸਟ ਇੰਟਰਨਲ ਅਸੈਸਮੈਂਟ ਕੁਐਸਚਨ ਸੋਲਵ ਕਰਾਂਗੇ। ਇਹ ਵੀਡੀਓ ਨਾ ਕੇਵਲ ਉਹਨਾਂ ਵਿਦਿਆਰਥੀਆਂ ਲਈ ਲਾਭਦਾਇਕ ਹੈ ਜਿਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਯਾਨੀ ਦਾਖਲਾ ਲਿਆ ਹੈ, ਬਲਕਿ ਉਹਨਾਂ ਸਾਰਿਆਂ ਵਿਦਿਆਰਥੀਆਂ ਲਈ ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਹਨ। ਇਹ ਵੀਡੀਓ ਤੁਹਾਡੇ ਲਈ ਬਹੁਤ ਲਾਭਦਾਇਕ ਹੋਵੇਗੀ। ਆਓ ਅਸੀਂ ਪਹਿਲਾ ਪ੍ਰਸ਼ਨ ਵੇਖੀਏ। ਪਹਿਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਹੈ, ਇਹਨਾਂ ਵਿੱਚੋਂ ਕਿਹੜਾ ਅੰਗਰੇਜ਼ੀ ਮਹੀਨਾ ਹੈ? ਜਿਹੜੀ ਆਪਸ਼ਨਸ ਤੁਹਾਨੂੰ ਦਿੱਤੀਆਂ ਗਈਆਂ ਨੇ, ਵੇਖੋ, ਫੱਗਣ, ਵਿਸਾਖ, ਫਰਵਰੀ ਤੇ ਹਾੜ। ਇਹਨਾਂ ਵਿੱਚੋਂ ਫੱਗਣ, ਵਿਸਾਖ ਤੇ ਹਾੜ ਇਹ ਦੇਸੀ ਮਹੀਨਿਆਂ ਦੇ ਨਾਂ ਹਨ, ਇਸ ਕਰਕੇ ਫਰਵਰੀ ਅੰਗਰੇਜ਼ੀ ਮਹੀਨਾ ਹੈ। ਇਹ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ। ਕਮੈਂਟਸ ਵਿੱਚ ਤੁਸੀਂ ਲਿਖ ਕੇ ਦੱਸੋ ਇਸ ਵੇਲੇ ਕਿਹੜਾ ਦੇਸੀ ਮਹੀਨਾ ਚੱਲ ਰਿਹਾ ਹੈ। ਤੇ ਆਓ ਅਸੀਂ ਦੂਜਾ ਪ੍ਰਸ਼ਨ ਵੇਖੀਏ। ਇੱਕ ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ? 5, 8, 4 ਜਾਂ 7? ਤੇ ਇੱਕ ਹਫ਼ਤੇ ਵਿੱਚ ਤੁਹਾਨੂੰ ਪਤਾ ਹੈ 7 ਦਿਨ ਹੁੰਦੇ ਹਨ। ਇਹ ਇਸ ਸਵਾਲ ਦਾ ਸਹੀ ਜਵਾਬ ਹੈ। ਅਗਲਾ ਪ੍ਰਸ਼ਨ ਵੇਖੋ ਜੀ। 69 ਦਾ ਪੰਜਾਬੀ ਸ਼ਬਦਿਕ ਰੂਪ ਕੀ ਹੈ? ਇਹ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਕਾਫੀ ਵਿਦਿਆਰਥੀ ਕਨਫਿਊਜ਼ ਹੋ ਜਾਂਦੇ ਹਨ, ਕਿਉਂਕਿ ਗਿਣਤੀ ਜ਼ਿਆਦਾਤਰ ਅਸੀਂ ਅੰਗਰੇਜ਼ੀ ਜਾਂ ਹਿੰਦੀ ਵਿੱਚ ਸਿੱਖਦੇ ਆਏ ਹਾਂ, ਬੋਲਦੇ ਆਏ ਹਾਂ। ਤੇ ਵੇਖੋ ਆਪਸ਼ਨਸ ਵਿੱਚ ਲਿਖਿਆ ਹੈ 69, 79, 99, 49। ਅਸੀਂ ਥੱਲਿਓਂ ਸ਼ੁਰੂ ਕਰਦੇ ਹਾਂ। 49 ਆਪਾਂ ਕਹਿੰਦੇ ਆ 49 ਨੂੰ, ਯਾਨੀ 50 ਤੋਂ ਪਹਿਲਾਂ ਗਿਣਤੀ ਦਾ ਅੱਖਰ ਜਿਹੜਾ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ 49, 49। 99 ਅਸੀਂ 89 ਨੂੰ ਕਹਿੰਦੇ ਆ, ਯਾਨੀ 90 ਤੋਂ ਪਹਿਲਾਂ ਜਿਹੜਾ ਗਿਣਤੀ ਦਾ ਅੱਖਰ ਆਉਂਦਾ ਹੈ ਉਹਨੂੰ ਕਿਹਾ ਜਾਂਦਾ ਹੈ 99। 79, 80 ਤੋਂ ਪਹਿਲਾਂ ਜਿਹੜਾ ਅੱਖਰ ਆਉਂਦਾ ਹੈ ਗਿਣਤੀ ਦਾ ਉਹਨੂੰ ਕਿਹਾ ਜਾਂਦਾ ਹੈ। ਤੇ ਇਸ ਪ੍ਰਸ਼ਨ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਕਿ 69 ਦਾ ਪੰਜਾਬੀ ਸ਼ਬਦਿਕ ਰੂਪ ਕੀ ਹੈ? ਤੇ 69 ਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ 69, ਜਾਣੀ ਕਿ 70 ਤੋਂ ਪਹਿਲਾਂ ਜਿਹੜਾ ਗਿਣਤੀ ਦਾ ਅੱਖਰ ਆਉਂਦਾ ਹੈ ਇਹਨੂੰ 69 ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਵੇਖੀਏ। ਖੇਤੀਬਾੜੀ ਨਾਲ ਸੰਬੰਧਿਤ ਸ਼ਬਦਾਵਲੀ ਨਹੀਂ ਹੈ, ਯਾਨੀ ਕਿ ਇਹ ਜਿਹੜੇ ਸ਼ਬਦ ਦਿੱਤੇ ਗਏ ਹਨ ਇਹਨਾਂ ਵਿੱਚੋਂ ਕਿਹੜਾ ਸ਼ਬਦ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਹੈ? ਤੇ ਵੇਖੋ ਜੀ, ਟਰੈਕਟਰ, ਹਲ, ਟਰਾਲੀ, ਚਿਮਟਾ। ਟਰੈਕਟਰ, ਹਲ, ਟਰਾਲੀ ਤੁਸੀਂ ਸਾਰੇ ਜਾਣਦੇ ਹੋ ਇਹ ਖੇਤੀਬਾੜੀ ਨਾਲ ਸੰਬੰਧਿਤ ਹਨ। ਚਿਮਟਾ ਇਹਨਾਂ ਵਿੱਚੋਂ ਇੱਕ ਇਹੋ ਜਿਹਾ ਸ਼ਬਦ ਹੈ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਹੈ, ਕਿਉਂਕਿ ਚਿਮਟੇ ਦੀ ਵਰਤੋਂ ਆਪਾਂ ਆਪਣੇ ਘਰ ਵਿੱਚ ਰਸੋਈ ਵਿੱਚ ਕਰਦੇ ਹਾਂ, ਇਸ ਕਰਕੇ ਇਹ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ। ਆਓ ਅਸੀਂ ਪੰਜਵਾਂ ਪ੍ਰਸ਼ਨ ਵੇਖੀਏ। ਪੰਜਾਬੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਹੈ, ਯਾਨੀ ਕਿ ਪੁੱਛਿਆ ਗਿਆ ਹੈ ਕਿ ਪੰਜਾਬੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕਿੰਨੀ ਹੈ? ਪੰਜਾਬੀ ਵਿੱਚ ਦੁੱਤ ਅੱਖਰ ਕਿੰਨੇ ਹੁੰਦੇ ਹਨ? 3, 5, 4 ਜਾਂ 1? ਤੇ ਦੁੱਤ ਅੱਖਰਾਂ ਬਾਰੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਵਿੱਚ 3 ਦੁੱਤ ਅੱਖਰ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਰਾਰਾ ਦੀ। ਜਦੋਂ ਕਿਸੇ ਹੋਰ ਅੱਖਰ ਦੇ ਪੈਰੀ ਰਾਰਾ ਪੈ ਜਾਂਦਾ ਹੈ, ਜਿਵੇਂ ਕਿ ਪੱਪੇ ਦੇ ਪੈਰੀ ਜੇ ਰਾਰਾ ਪੈ ਜੇ ਤੇ ਆਵਾਜ਼ ਆਉਂਦੀ ਹੈ ਪ੍ਰ ਦੀ। ਜਿਵੇਂ ਜੇ ਸਾਨੂੰ ਲਿਖਣਾ ਹੋਵੇ ਪ੍ਰਿੰਟਿੰਗ ਪ੍ਰੈਸ ਜਾਂ ਪ੍ਰਿੰਸੀਪਲ ਤੇ ਪੱਪੇ ਦੇ ਪੈਰੀ ਅਸੀਂ ਰਾਰਾ ਲਗਾਉਂਦੇ ਹਾਂ ਤਾਂ ਜਾ ਕੇ ਪ੍ਰ ਬਣਦਾ ਹੈ। ਜੇ ਅਸੀਂ ਰਾਰੇ ਦੀ ਵਰਤੋਂ ਇਸ ਤਰ੍ਹਾਂ ਨਹੀਂ ਕਰਦੇ, ਜੇ ਸਿੱਧਾ ਸਿੱਧਾ ਅਸੀਂ ਪੱਪੇ ਤੋਂ ਬਾਅਦ ਰਾਰਾ ਲਿਖ ਦਿੰਦੇ ਹਾਂ ਤੇ ਉਚਾਰਨ ਦੇਖੋ ਕਿਹੋ ਜਿਹਾ ਬਣੇਗਾ, ਪ੍ਰਿੰਸੀਪਲ ਜਾਂ ਪ੍ਰਿੰਟਿੰਗ ਪ੍ਰੈਸ। ਲੇਕਿਨ ਸਾਨੂੰ ਲੋੜ ਹੈ ਪ੍ਰ ਦੀ ਆਵਾਜ਼ ਦੀ, ਤੇ ਪ੍ਰ ਦੀ ਆਵਾਜ਼ ਜਿਹੜੀ ਹੈ ਇਹ ਪੱਪੇ ਦੇ ਪੈਰੀ ਜੇ ਰਾਰਾ ਲਾਵਾਂਗੇ ਤਾਂ ਹੀ ਆ ਸਕਦੀ ਹੈ। ਇਹ ਪਹਿਲਾ ਉਦਾਹਰਣ ਹੈ। ਦੂਜਾ ਦੁੱਤ ਅੱਖਰ ਹੈ ਹਾਹਾ।
ਜਦੋਂ ਕਿਸੇ ਹੋਰ ਅੱਖਰ ਦੇ ਪੈਰੀ ਹਾਹਾ ਲੱਗ ਜਾਂਦਾ ਹੈ, ਜਿਵੇਂ ਜੇ ਅਸੀਂ ਕਹੀਏ ਕਿ ਰਾਮ ਪੜ੍ਹਦਾ ਹੈ, ਤੇ ਪੜ੍ਹਨਾ ਇਹ ਜਿਹੜੀ ਕਿਰਿਆ ਹੈ ਇਹਦੇ ਵਿੱਚ ਪੱਪਾ, ਉਸ ਤੋਂ ਬਾਅਦ ਰਾੜੇ ਦੇ ਪੈਰੀ ਹਾਹਾ ਲੱਗਦਾ ਹੈ, ਉਸ ਤੋਂ ਬਾਅਦ ਦੱਦਾ ਤੇ ਕੰਨਾ। ਜੇ ਪੜ੍ਹਦਾ ਸ਼ਬਦ ਵਿੱਚ ਅਸੀਂ ਰਾੜੇ ਦੇ ਪੈਰੀ ਹਾਹਾ ਨਹੀਂ ਲਗਾਉਂਦੇ ਹਾਂ ਤੇ ਸ਼ਬਦ ਦਾ ਅਰਥ ਹੀ ਬਦਲ ਜਾਂਦਾ ਹੈ, ਇਹ ਕੁਝ ਹੋਰ ਚੀਜ਼ ਬਣ ਜਾਂਦੀ ਹੈ ਪੜ੍ਹਦਾ। ਤੇ ਜੇ ਰਾੜੇ ਦੇ ਪੈਰੀ ਹਾਹਾ ਲੱਗਦਾ ਹੈ ਫਿਰ ਕਿਰਿਆ ਬਣਦੀ ਹੈ ਪੜ੍ਹਨਾ। ਇਹ ਦੂਜਾ ਦੁੱਤ ਅੱਖਰ ਹੈ। ਤੀਜਾ ਦੁੱਤ ਅੱਖਰ ਹੈ ਵਾਵਾ। ਜਦੋਂ ਕਿਸੇ ਹੋਰ ਅੱਖਰ ਦੇ ਪੈਰੀ ਵਾਵਾ ਲੱਗ ਜਾਂਦਾ ਹੈ, ਜਿਵੇਂ ਕਿ ਜੇ ਸਾਨੂੰ ਲਿਖਣਾ ਹੋਵੇ ਸਵੈਮਾਨ ਜਾਂ ਸਵਰ, ਤੇ ਇਹ ਉਚਾਰਨ ਕਰਨ ਲਈ ਜਾਂ ਲਿਖਣ ਲੱਗਿਆਂ ਸਾਨੂੰ ਵਾਵੇ ਦੀ ਵਰਤੋਂ ਇਸ ਤਰ੍ਹਾਂ ਕਰਨੀ ਪੈਂਦੀ ਹੈ ਕਿ ਸੱਸੇ ਦੇ ਪੈਰੀ ਵਾਵਾ ਲੱਗ ਜਾਂਦਾ ਹੈ। ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਹਾਂ ਤੇ ਦੇਖੋ ਸ਼ਬਦ ਕੀ ਬਣਦਾ ਹੈ। ਸਵੈਮਾਨ ਦੇ ਬਜਾਏ ਅਸੀਂ ਲਿਖਾਂਗੇ ਸਵੈਮਾਨ, ਜਾਂ ਸਵਰ ਲਿਖਣਾ ਹੋਵੇ ਤੇ ਜੇ ਪੈਰੀ ਵਾਵਾ ਨਹੀਂ ਲੱਗਦਾ ਤੇ ਸ਼ਬਦ ਬਣੇਗਾ ਸਵਰ। ਤੇ ਇਹ ਤਿੰਨ ਦੁੱਤ ਅੱਖਰ ਨੇ ਪੰਜਾਬੀ ਵਿੱਚ। ਇਹੋ ਹੀ ਗੱਲ ਤੁਹਾਨੂੰ ਇਸ ਪ੍ਰਸ਼ਨ ਵਿੱਚ ਪੁੱਛੀ ਗਈ ਹੈ ਕਿ ਪੰਜਾਬੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕੀ ਹੈ, ਕਿੰਨੇ ਦੁੱਤ ਅੱਖਰ ਨੇ? 3। ਇਹ ਇਸ ਪ੍ਰਸ਼ਨ ਦਾ ਜਵਾਬ ਹੈ। ਆਓ ਅਸੀਂ ਅਗਲਾ ਪ੍ਰਸ਼ਨ ਵੇਖੀਏ। ਹੇਠ ਲਿਖਿਆਂ ਵਿੱਚੋਂ ਕਨੌੜੇ ਦੀ ਵਰਤੋਂ ਨਾਲ ਬਣਿਆ ਸ਼ਬਦ ਕਿਹੜਾ ਹੈ? ਤੁਹਾਨੂੰ ਸ਼ਬਦ ਦਿੱਤੇ ਗਏ ਹਨ, ਇਹਨਾਂ ਵਿੱਚੋਂ ਤੁਹਾਨੂੰ ਇਹ ਦੱਸਣਾ ਹੈ ਕਿ ਕਿਹੜੇ ਸ਼ਬਦ ਵਿੱਚ ਕਨੌੜੇ ਦੀ ਵਰਤੋਂ ਕੀਤੀ ਗਈ ਹੈ। ਚਮਚਾ, ਕਿਤਾਬ, ਖਿਡੌਣਾ, ਸਿਆਣਪ। ਤੇ ਇਹ ਬਹੁਤ ਹੀ ਸੌਖਾ ਹੈ ਲੱਭਣਾ ਕਿ ਇਹਨਾਂ ਸ਼ਬਦਾਂ ਵਿੱਚੋਂ ਆਹ ਜਿਹੜਾ ਸ਼ਬਦ ਹੈ ਖਿਡੌਣਾ, ਇਹਦੇ ਵਿੱਚ ਕਨੌੜੇ ਦੀ ਵਰਤੋਂ ਕੀਤੀ ਗਈ ਹੈ। ਉਸ ਤੋਂ ਬਾਅਦ ਬਿੰਦੀ, ਟਿੱਪੀ ਤੇ ਅੱਧਕ ਕੀ ਹਨ? ਯਾਨੀ ਬਿੰਦੀ, ਟਿੱਪੀ ਤੇ ਅੱਧਕ ਨੂੰ ਆਪਾਂ ਪੰਜਾਬੀ ਵਿੱਚ ਕੀ ਕਹਿੰਦੇ ਹਾਂ? ਕੀ ਇਹ ਲਗਾਖਰ ਨੇ, ਜਾਂ ਇਹ ਲਗਾ ਮਾਤਰਾਵਾਂ ਨੇ, ਜਾਂ ਇਹ ਸਵਰ ਨੇ, ਜਾਂ ਫਿਰ ਵਿਅੰਜਨ ਹਨ? ਤੇ ਲਗਭਗ ਸਾਰੇ ਵਿਦਿਆਰਥੀਆਂ ਨੂੰ ਇਹ ਗੱਲ ਦਾ ਪਤਾ ਹੋਏਗਾ ਕਿ ਬਿੰਦੀ, ਟਿੱਪੀ ਤੇ ਅੱਧਕ ਲਗਾਖਰ ਹਨ ਤੇ ਇਹਨਾਂ ਦੀ ਆਪਣੀ ਬੜੀ ਵੱਡੀ ਅਹਿਮੀਅਤ ਹੈ, ਕਿਉਂਕਿ ਜਿੱਥੇ ਬਿੰਦੀ ਲੱਗਦੀ ਹੈ ਉੱਥੇ ਟਿੱਪੀ ਨਹੀਂ ਲੱਗ ਸਕਦੀ, ਤੇ ਇਸੇ ਤਰ੍ਹਾਂ ਜਿੱਥੇ ਟਿੱਪੀ ਲੱਗਦੀ ਹੈ ਉੱਥੇ ਬਿੰਦੀ ਨਹੀਂ ਲੱਗ ਸਕਦੀ, ਤੇ ਇਸੇ ਤਰ੍ਹਾਂ ਅੱਧਕ ਦਾ ਵੀ ਆਪਣਾ ਬੜਾ ਵੱਡਾ ਰੋਲ ਹੈ। ਇਸ ਬਾਰੇ ਡਿਟੇਲ ਵਿੱਚ ਅਸੀਂ ਫਿਰ ਕਦੀ ਗੱਲ ਕਰਾਂਗੇ। ਆਓ ਅਸੀਂ ਅਗਲਾ ਪ੍ਰਸ਼ਨ ਵੇਖੀਏ। ਮਾਮਾ ਸ਼ਬਦ ਦਾ ਲਿੰਗ ਕੀ ਹੈ? ਮੈਨੂੰ ਲੱਗਦਾ ਹੈ ਇੱਥੇ ਸਵਾਲ ਇਹ ਪੁੱਛਿਆ ਜਾ ਰਿਹਾ ਕਿ ਮਾਮਾ ਸ਼ਬਦ ਦਾ ਇਸਤਰੀ ਲਿੰਗ ਕੀ ਹੈ। ਤੇ ਆਪਸ਼ਨ ਦੇਖੋ, ਰਾਣੀ, ਤੀਵੀਂ, ਔਰਤ, ਮਾਮੀ। ਤੇ ਤੁਸੀਂ ਜਾਣਦੇ ਹੋ ਕਿ ਮਾਮਾ ਦਾ ਇਸਤਰੀ ਲਿੰਗ ਬਣੇਗਾ ਮਾਮੀ, ਤੇ ਇਹੋ ਹੀ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ। ਉਸ ਤੋਂ ਬਾਅਦ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਨਾਲ ਬਿਹਾਰੀ ਦੀ ਵਰਤੋਂ ਹੋਈ ਹੈ? ਤੁਹਾਨੂੰ ਸ਼ਬਦ ਦਿੱਤੇ ਗਏ ਹਨ। ਮੋਰ, ਧਿਆਨ ਦੇਣਾ ਜੀ, ਮੋਰ ਵਿੱਚ ਹੋੜੇ ਦੀ ਵਰਤੋਂ ਕੀਤੀ ਗਈ ਹੈ, ਲੇਕਿਨ ਸਵਾਲ ਇਹ ਪੁੱਛਿਆ ਗਿਆ ਹੈ ਕਿ ਕਿਸ ਸ਼ਬਦ ਵਿੱਚ ਬਿਹਾਰੀ ਦੀ ਵਰਤੋਂ ਕੀਤੀ ਗਈ ਹੈ। ਅਗਲਾ ਸ਼ਬਦ ਵੇਖੀਏ, ਖੀਰ। ਇਸ ਸ਼ਬਦ ਵਿੱਚ ਖੱਖੇ ਦੇ ਨਾਲ ਬਿਹਾਰੀ ਲੱਗੀ ਹੈ ਤੇ ਇਹੋ ਹੀ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ। ਬਾਕੀ ਦੇ ਜਿਹੜੇ ਦੋ ਸ਼ਬਦ ਹਨ, ਜਿਵੇਂ ਘਰ, ਇਹਦੇ ਵਿੱਚ ਦੋਵੇਂ ਮੁਕਤਾ ਅੱਖਰ ਨੇ, ਕੋਈ ਲਗਾ ਮਾਤਰਾ ਇਹਦੇ ਵਿੱਚ ਨਹੀਂ ਲੱਗੀ ਹੋਈ। ਇਸੇ ਤਰ੍ਹਾਂ ਪਤੰਗ, ਇਹ ਤਿੰਨੇ ਮੁਕਤਾ ਰੂਪ ਵਿੱਚ ਵਰਤੇ ਗਏ ਹਨ ਤੇ ਤੱਤੇ ਦੇ ਉੱਤੇ ਟਿੱਪੀ ਲੱਗੀ ਹੋਈ ਹੈ। ਤੇ ਇਸ ਪ੍ਰਸ਼ਨ ਦਾ ਜਵਾਬ ਹੈ ਕਿ ਖੀਰ ਸ਼ਬਦ ਵਿੱਚ ਬਿਹਾਰੀ ਦੀ ਵਰਤੋਂ ਹੋਈ ਹੈ। ਅਗਲਾ ਪ੍ਰਸ਼ਨ ਵੇਖੀਏ। ਪੰਜਾਬੀ ਵਿੱਚ ਪੈਰ ਬਿੰਦੀ ਵਾਲੇ ਅੱਖਰਾਂ ਦੀ ਗਿਣਤੀ ਹੈ, ਜਾਣੀ ਕਿ ਤੁਹਾਨੂੰ ਇਹ ਪੁੱਛਿਆ ਗਿਆ ਹੈ ਕਿ ਪੰਜਾਬੀ ਵਿੱਚ ਪੈਰ ਬਿੰਦੀ ਵਾਲੇ ਅੱਖਰ ਕਿੰਨੇ ਹਨ? 4, 6, 5, 7। ਤੁਸੀਂ ਜਾਣਦੇ ਹੋ ਸੱਸੇ ਪੈਰੀ ਬਿੰਦੀ ਲੱਗਦੀ ਹੈ ਤੇ ਸ਼ ਬਣਦਾ ਹੈ, ਖੱਖੇ ਪੈਰੀ ਬਿੰਦੀ ਲੱਗਦੀ ਹੈ ਤੇ ਖ ਬਣਦਾ ਹੈ, ਗੱਗੇ ਪੈਰੀ ਬਿੰਦੀ ਲੱਗਦੀ ਹੈ ਤੇ ਗ ਬਣਦਾ ਹੈ, ਜੱਜੇ ਪੈਰੀ ਬਿੰਦੀ ਲੱਗਦੀ ਹੈ ਤੇ ਜ਼ ਬਣਦਾ ਹੈ, ਫੱਫੇ ਪੈਰੀ ਬਿੰਦੀ ਲੱਗਦੀ ਹੈ ਤਾਂ ਫ ਬਣਦਾ ਹੈ, ਔਰ ਇਸੇ ਤਰ੍ਹਾਂ ਲੱਲੇ ਪੈਰੀ ਬਿੰਦੀ ਲੱਗਦੀ ਹੈ ਤਾਂ ਲ ਬਣਦਾ ਹੈ।
ਤੇ ਇਹਨਾਂ ਦੀ ਆਵਾਜ਼ ਵਿੱਚ ਵੀ ਕਾਫੀ ਫਰਕ ਹੁੰਦਾ ਹੈ। ਇਸ ਕਰਕੇ ਪੰਜਾਬੀ ਵਿੱਚ ਪੈਰ ਬਿੰਦੀ ਵਾਲੇ ਅੱਖਰ 6 ਹਨ। ਇਹ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ। ਅਗਲਾ ਪ੍ਰਸ਼ਨ ਵੇਖੀਏ, ਹੇਠ ਲਿਖਿਆਂ ਵਿੱਚੋਂ ਕਿਹੜਾ ਸਬਜ਼ੀਆਂ ਨਾਲ ਸੰਬੰਧਿਤ ਨਹੀਂ ਹੈ। ਤੁਹਾਨੂੰ 4 ਸ਼ਬਦ ਦਿੱਤੇ ਗਏ ਹਨ। ਤੁਹਾਨੂੰ ਇਹ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਸ਼ਬਦ ਸਬਜ਼ੀਆਂ ਨਾਲ ਸੰਬੰਧਿਤ ਨਹੀਂ ਹੈ। ਭਿੰਡੀ, ਤੋਰੀ, ਅਨਾਨਾਸ ਤੇ ਕੱਦੂ। ਤੁਸੀਂ ਜਾਣਦੇ ਹੋ ਕਿ ਭਿੰਡੀ, ਤੋਰੀ, ਕੱਦੂ ਇਹ ਸਬਜ਼ੀਆਂ ਦੇ ਨਾਂ ਹਨ। ਇਸ ਲਈ ਅਨਾਨਾਸ ਜਿਹੜਾ ਕਿ ਇੱਕ ਫਲ ਹੈ, ਇਹ ਸ਼ਬਦ ਸਬਜ਼ੀਆਂ ਨਾਲ ਸੰਬੰਧਿਤ ਨਹੀਂ ਹੈ। ਅਗਲਾ ਵੇਖੋ, ਹੇਠ ਲਿਖੇ ਸ਼ਬਦਾਂ ਵਿੱਚੋਂ 2 ਲਗਾਂ ਵਾਲਾ ਸ਼ਬਦ ਕਿਹੜਾ ਹੈ। ਤੁਹਾਨੂੰ ਸ਼ਬਦ ਦਿੱਤੇ ਗਏ ਹਨ, ਜਿਸ ਤਰ੍ਹਾਂ ਕਿ ਸੀਰਤ, ਅਧਿਕਾਰ, ਚੌਰਸ ਤੇ ਸੜਕ। ਤੁਹਾਨੂੰ ਇਹ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਸ਼ਬਦ ਹੈ ਜਿਹਦੇ ਵਿੱਚ 2 ਲਗਾਂ ਲੱਗੀਆਂ ਹੋਈਆਂ ਹਨ। ਤੇ ਧਿਆਨ ਨਾਲ ਵੇਖਿਆ ਪਤਾ ਲੱਗਦਾ ਹੈ ਕਿ ਅਧਿਕਾਰ ਸ਼ਬਦ ਵਿੱਚ 2 ਲਗਾਂ ਲੱਗੀਆਂ ਹੋਈਆਂ ਹਨ। ਧੱਦੇ ਨੂੰ ਸਿਹਾਰੀ ਲੱਗੀ ਹੋਈ ਹੈ ਤੇ ਕੱਕੇ ਨੂੰ ਕੰਨਾ। ਇਸੇ ਕਰਕੇ ਇਹ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ। ਹੇਠ ਲਿਖੇ ਵਿੱਚੋਂ ਕਿਹੜਾ ਸ਼ਬਦ ਜਾਨਵਰਾਂ ਨਾਲ ਸੰਬੰਧਿਤ ਹੈ। ਹਿਰਨ, ਮੋਰ, ਬਾਜ਼ ਤੇ ਸ਼ੁਤਰਮੁਰਗ। ਇਹਨਾਂ ਵਿੱਚੋਂ ਤੁਸੀਂ ਜਾਣਦੇ ਹੋ ਕਿ ਹਿਰਨ ਜਾਨਵਰ ਹੈ ਤੇ ਬਾਕੀ ਜਿਹੜੇ ਸ਼ਬਦ ਹਨ ਇਹ ਪੰਛੀਆਂ ਦੇ ਨਾਂ ਹਨ, ਜਿਸ ਤਰ੍ਹਾਂ ਮੋਰ, ਬਾਜ਼ ਤੇ ਸ਼ੁਤਰਮੁਰਗ। ਤੇ ਹਿਰਨ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ। ਅਖੀਰ ਵਿੱਚ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਚੈਨਲ ਤੇ ਪੰਜਾਬੀ ਦੀਆਂ ਹੋਰ ਵੀ ਵੀਡੀਓਜ਼ ਪਾਈਆਂ ਗਈਆਂ ਹਨ। ਇਹ ਵੀਡੀਓ ਬੇਸਿਕ ਲੈਵਲ ਦੀ ਹੈ। ਜਿਹੜੇ ਵਿਦਿਆਰਥੀ ਸਕੂਲ ਵਿੱਚ ਪੰਜਾਬੀ ਪੜ੍ਹਦੇ ਹਨ ਜਾਂ ਉਂਝ ਵੀ ਜਿਨ੍ਹਾਂ ਦੀ ਪੰਜਾਬੀ ਵਿੱਚ ਰੁਚੀ ਹੈ, ਸਿੱਖਣਾ ਚਾਹੁੰਦੇ ਹਨ, ਇਸ PDF ਨੂੰ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਨੂੰ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਬਾਅਦ ਵੀ ਪੰਜਾਬੀ ਦੀਆਂ ਹੋਰ ਵੀਡੀਓਜ਼ ਬਣਾਈਆਂ ਜਾਣਗੀਆਂ ਤੇ ਕਈ ਵੀਡੀਓਜ਼ ਦਾ ਲੈਵਲ ਹੋਏਗਾ ਇੰਟਰਮੀਡੀਏਟ, ਕਈਆਂ ਦਾ ਹੋਏਗਾ ਐਡਵਾਂਸਡ। ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ, ਇਸ ਵੀਡੀਓ ਨੂੰ ਲਾਈਕ ਕਰਿਓ, ਆਪਣੇ ਮਿੱਤਰਾਂ ਨਾਲ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਵੇਖਣ ਲਈ ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ।